ਕਿ ਕੁੜੀਆਂ ਦਾ ਭਵਿੱਖ ਉਜਲ ਹੋਣ ਵਾਲਾ ਹੈ। ਲੇਖਕਾ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ। ਮੇਰੇ ਕੁੜੀਆਂ ਨਾ ਮਾਰਨ ਦੇ ਹੋਕੇ ਤੇ ਇੰਨੇ ਵਤਨ ਵਿਚਲੇ ਤੇ ਵਤਨੋਂ ਬਾਹਰਲੇ ਪੰਜਾਬੀ ਵੀਰਾਂ ਤੇ ਭੈਣਾਂ ਨੇ ਮੈਨੂੰ ਚਿੱਠੀਆਂ ਲਿਖੀਆਂ ਹਨ ਕਿ ਮੇਰਾ ਫਰਜ਼ ਬਣ ਜਾਂਦਾ ਹੈ ਕਿ ਹਰ ਕੁੜੀਆਂ ਮਾਰਨ ਵਾਲਿਆਂ ਨੂੰ ਉਹਨਾਂ ਦੇ ਉਦਾਹਰਨ ਦਿਆਂ। ਇੱਕ ਦਿਨ ਇੱਕ 80 ਕੁ ਸਾਲਾਂ ਦੇ ਬਜ਼ੁਰਗ ਸਾਡੇ ਘਰ ਸ਼ਾਮ ਵੇਲੇ ਆਏ ਤੇ ਮੇਰੇ ਸਿਰ ਤੇ ਹੱਥ ਫੇਰ ਕੇ ਮੇਰੇ ਕੋਲ ਬਹਿ ਕੇ ਰੋਣ ਲੱਗ ਪਏ। ਮੈਂ ਬਥੇਰਾ ਉਹਨਾਂ ਨੂੰ ਪੁੱਛਦੀ ਰਹੀ ਕਿ ਕੀ ਤਕਲੀਫ ਹੈ, ਕੋਈ ਦਵਾਈ ਚਾਹੀਦੀ ਹੈ। ਉਹ ਨਾ ਵਿੱਚ ਸਿਰ ਹਿਲਾ ਕੇ ਬਸ ਰੋਂਦੇ ਰਹੇ। ਮੈਂ ਪਾਣੀ ਪਿਆਇਆ, ਚਾਹ ਪੁੱਛੀ, ਪਰ ਉਹ ਕਹਿਣ ਲੱਗੇ ਅੱਜ ਮੈਨੂੰ ਰੱਜ ਕੇ ਰੋ ਲੈਣ ਦੇ। ਲਗਭਗ ਪੌਣੇ ਕੁ ਘੰਟੇ ਬਾਅਦ ਕਹਿਣ ਲੱਗੇ ਬੇਟਾ, ਮੇਰੇ ਘਰ ਜਦੋਂ ਪਹਿਲੀ ਕੁੜੀ ਜੰਮੀ ਸੀ ਤਾਂ ਮੇਰੀ ਮਾਂ ਨੇ ਉਸ ਨੂੰ ਘੜੇ ਵਿੱਚ ਪਾ ਕੇ ਜ਼ਮੀਨ ਹੇਠਾਂ ਜ਼ਿੰਦਾ ਹੀ ਦੱਬ ਦਿੱਤਾ ਸੀ। ਜਦੋਂ ਦੂਜੀ ਕੁੜੀ ਪੈਦਾ ਹੋਈ ਤਾਂ ਮੈਂ ਆਪਣੇ ਹੱਥੀਂ ਉਸ ਦੇ ਮੂੰਹ ਵਿੱਚ ਅਫੀਮ ਤੁੰਨੀ ਸੀ ਤੇ ਉਸ ਨੂੰ ਮਾਰ ਸੁੱਟਿਆ ਸੀ। ਫਿਰ ਤੀਜੀ ਤੇ ਚੌਥੀ ਕੁੜੀ ਵੀ ਪਹਿਲੇ ਮੁੰਡੇ ਦੇ ਹੋਣ ਦੇ ਚੱਕਰ ਵਿੱਚ ਮਾਰ ਸੁੱਟੀਆਂ। ਪੰਜਵੀਂ ਕੁੜੀ ਨੂੰ ਜਨਮ ਦਿੰਦੇ ਹੋਏ ਮੇਰੀ ਧਰਮ ਪਤਨੀ ਵੀ ਗੁਜ਼ਰ ਗਈ। ਉਹ ਬਿਨ ਮਾਂ ਦੀ ਬੱਚੀ ਕੁਲੈਣੀ ਕੁਲੱਛਣੀ ਕਹਾਉਂਦੇ ਹੋਏ ਔਖੇ ਸੌਖੇ ਪਲ ਗਈ। ਮੇਰੇ ਦੂਜੇ ਵਿਆਹ ਵਿੱਚੋਂ 2 ਮੁੰਡੇ ਪੈਦਾ ਹੋ ਗਏ ਸਨ ਤੇ ਅਸੀਂ ਸਭ ਬਹੁਤ ਖੁਸ਼ ਸਾਂ। ਮੇਰੀ ਪੰਜਵੀਂ ਕੁੜੀ ਘੋਗੜ ਨੇ ਸਾਰਾ ਘਰ ਸਾਂਭਿਆ ਹੋਇਆ ਸੀ। ਅਸੀਂ ਕਿਸੇ ਨੇ ਉਸ ਦੀ ਸਾਰ ਨਹੀਂ ਲਈ ਤੇ ਨਾ ਹੀ ਉਸ ਨੂੰ ਪੜ੍ਹਾਇਆ ਲਿਖਾਇਆ। ਉਸ ਦਾ ਵਿਆਹ ਵੀ ਇੱਕ ਜੁਆਰੀ ਨਾਲ ਕਰਵਾ ਦਿੱਤਾ। ਉਸ ਨੇ ਸਹੁਰਿਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਅਖੀਰ ਆਤਮ ਹੱਤਿਆ ਕਰ ਲਈ। ਮੇਰੀ ਦੂਜੀ ਵਹੁਟੀ ਦੇ ਮਰਨ ਤੋਂ ਬਾਅਦ ਮੇਰੇ ਦੋਨੋਂ ਜਵਾਨ ਬੇਟਿਆਂ ਨੇ ਮੇਰੀ ਸਾਰੀ ਜਾਇਦਾਦ ਹੜੱਪ ਲਈ ਤੇ ਮੈਨੂੰ ਘਰੋਂ ਬਾਹਰ ਸੁੱਟ ਦਿੱਤਾ। ਮੈਨੂੰ ਅੱਡੀਆਂ ਰਗੜਦੇ ਨੂੰ ਹੁਣ 20 ਸਾਲ ਹੋ ਚੱਲੇ ਹਨ। ਮੈਂ ਹਮੇਸ਼ਾ ਰੱਬ ਨੂੰ ਕੋਸਦਾ ਰਿਹਾ ਕਿ ਮੈਨੂੰ ਕਿਹੜੇ ਕਸੂਰ ਦੀ ਸਜ਼ਾ ਮਿਲ ਰਹੀ ਹੈ। ਤੇਰੇ ਕੁੜੀ ਮਾਰਾਂ ਬਾਰੇ ਲਿਖੇ ਲੇਖਾਂ ਨੇ ਮੈਨੂੰ ਹਿਲਾਉਣ ਦਿੱਤਾ ਹੈ। ਮੈਂ ਪੂਰੀ ਤਰ੍ਹਾਂ ਸਮਝ ਚੁੱਕਾ ਹਾਂ ਕਿ ਮੈਂ ਕਿੰਨਾ ਵੱਡਾ ਕਾਤਲ ਹਾਂ। ਹੁਣ ਉਮਰ ਦੇ ਇਸ ਪੜਾਅ ਉੱਤੇ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਇਸ ਸਮਾਜ ਲਈ ਕੁਝ ਕਰ ਸਕਾਂ ਤੇ ਮੈਂ ਆਪਣੀ ਕਹਾਣੀ ਸੁਣਾ ਕੇ ਬਾਕੀਆਂ ਨੂੰ ਇਸ ਤੋਂ ਕੋਈ ਸਬਕ ਸਿੱਖਣ ਲਈ ਆਖਾਂ। ਹੁਣ ਮੈਨੂੰ ਗਦੂਦ ਦਾ ਕੈਂਸਰ ਹੋਇਆ ਪਿਆ ਹੈ। ਮੈਂ ਚਾਹੁੰਦਾ ਹਾਂ ਕਿ ਮਰਨ ਤੋਂ ਪਹਿਲਾਂ ਇੱਕ ਬੱਚੀ ਨੂੰ ਬੇਟੀ ਕਹਿ ਸਕਾਂ ਤੇ ਜਿੰਨੇ ਵੀ ਸਾਹ ਬਚੇ ਹਨ ਉਸ ਦੇ ਲੇਖੇ ਲਾ ਦੇਵਾਂ। ਮੈਂ ਕਿਹਾ ਇਹ ਕਿਹੜੀ ਵੱਡੀ ਗੱਲ ਹੈ, ਤੁਸੀਂ ਮੈਨੂੰ ਹੀ ਆਪਣੀ ਬੇਟੀ ਕਹਿ ਲਓ ਤੇ ਸਾਡੇ ਕੋਲ ਹੀ ਰਹਿ ਜਾਓ। ਉਹ ਬਜ਼ੁਰਗ ਫੇਰ ਜਾਰੋ ਜਾਰ ਰੋਣ ਲੱਗ ਪਏ ਤੇ ਕਹਿਣ ਲੱਗੇ ਤੂੰ ਮੈਨੂੰ ਅੱਜ ਇੰਨੀ ਖੁਸ਼ੀ ਦਿੱਤੀ ਹੈ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹੁਣ ਮੈਂ ਚੈਨ ਨਾਲ ਮਰ ਸਕਾਂਗਾ। ਮੇਰੀ ਕਹਾਣੀ ਬਾਰੇ ਬਾਕੀਆਂ ਨੂੰ ਦੱਸੀ ਜ਼ਰੂਰ ਕਿ ਬੇਟੀਆਂ ਨੂੰ ਮਾਰਨ ਵਾਲੇ ਇਸੇ ਹੀ ਦੁਨੀਆ ਵਿੱਚ ਸਜ਼ਾ ਭੁਗਤਦੇ ਹਨ। ਹੁਣ ਮੇਰੇ ਅਭਾਗੇ ਵੱਲ ਵੇਖ, ਅੱਜ ਮੈਂ ਤੈਨੂੰ ਕੁਝ ਵੀ ਦੇਣ ਵਾਲੀ ਹਾਲਤ ਵਿੱਚ ਨਹੀਂ, ਇੱਥੋਂ ਤੱਕ ਕਿ ਆਪਣੀ ਉਮਰ ਤੇਰੇ ਨਾਮ ਲਾਉਣ ਦੀ ਅਸੀਸ ਵੀ ਨਹੀਂ ਦੇ ਸਕਦਾ। ਆਪਣੀ ਬਾਕੀ ਦੀ ਗਲੀ ਸੜੀ ਉਮਰ ਮੈਂ ਤੇਰੇ ਨਾਮ ਲਾਉਣਾ ਹੀ ਨਹੀਂ ਚਾਹੁੰਦਾ। ਮੈਂ ਕਿਹਾ ਕਿਸੇ ਵੀ ਬੇਟੀ ਲਈ ਇਸ ਤੋਂ ਵੱਡੀ ਸੌਗਾਤ ਕੀ ਹੋ ਸਕਦੀ ਹੈ ਕਿ ਉਸ ਦਾ ਪਿਓ ਉਸ ਦੇ ਸਿਰ ਉੱਤੇ ਅਸੀਸ ਭਰਿਆ ਹੱਥ ਰੱਖੇ। ਇਹ ਅਸੀਸ ਹਜ਼ਾਰਾਂ ਬੁਰੀਆਂ ਨਜ਼ਰਾਂ ਤੋਂ ਬਚਾ ਲੈਂਦੀ ਹੈ। ਮੇਰੇ 20 ਵਾਰ ਕਹਿਣ ਤੇ ਵੀ ਉਹ ਸਾਡੇ ਨਾਲ ਰੁਕਣ ਲਈ ਤਿਆਰ ਨਹੀਂ ਹੋਏ ਤੇ ਰੋਟੀ ਖਾ ਕੇ ਕੁਝ ਪੈਸੇ ਬੜੀ ਮਿੰਨਤ ਤਰਲੇ ਨਾਲ ਫੜ ਕੇ ਵਾਪਸ ਆਪਣੇ ਪਿੰਡ ਚਲੇ ਗਏ। ਜਾਂਦੇ ਹੋਏ ਵੀ ਕਹਿੰਦੇ ਗਏ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲੋਕਾਂ ਨੂੰ ਇਹੋ ਅਹਿਸਾਸ ਕਰਵਾਉਣਾ ਹੈ ਕਿ ਬੇਟੀਆਂ ਨਾ ਮਾਰੋ। ਹੁਣ ਮੈਂ ਹਰ ਇੱਕ ਨੂੰ ਇਹ ਵੀ ਆਖ ਸਕਦਾ ਹਾਂ ਕਿ ਮੇਰੀ ਇੱਕ ਬੇਟੀ ਪਟਿਆਲੇ ਰਹਿੰਦੀ ਹੈ। ਮੈਂ ਹਸਪਤਾਲ ਵਿੱਚ ਮੰਜੇ ਤੇ ਪੈ ਕੇ ਅੱਡੀਆਂ ਨਹੀਂ ਰਗੜਨੀਆਂ। ਮੈਂ ਤੇਰੀ ਜੰਗ ਵਿੱਚ ਤੇਰੇ ਨਾਲ ਹਾਂ, ਜਿਉਂਦੀ ਰਹਿ। ਉਹਨਾਂ ਦੇ ਵਾਪਸ ਜਾਣ ਤੋਂ 2 ਦਿਨ ਬਾਅਦ ਹੀ ਮੈਂ ਉਹਨਾਂ ਦੇ ਦੱਸੇ ਟੈਲੀਫੋਨ ਨੰਬਰ ਤੋਂ ਉਹਨਾਂ ਬਾਰੇ ਫੋਨ ਤੇ ਪੁੱਛਿਆ ਤਾਂ ਉਹ ਨੰਬਰ ਗਲਤ ਨਿਕਲਿਆ। ਉਹਨਾਂ ਦਾ ਦੱਸਿਆ ਮੋਗੇ ਨੇੜੇ ਦਾ ਪਤਾ ਵੀ ਠੀਕ ਨਹੀਂ ਨਿਕਲਿਆ। ਫੇਰ ਮਹੀਨੇ ਕੋ ਬਾਅਦ ਕਿਸੇ ਪੀਸੀਓ ਤੋਂ ਉਹਨਾਂ ਦਾ ਫੋਨ ਆਇਆ ਕਿ ਹੁਣ ਉਹਨਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਹੈ ਤੇ ਉਹਨਾਂ ਦੇ ਜ਼ਖਮ ਵਿੱਚ ਕੀੜੇ ਪੈ ਗਏ ਹਨ ਤੇ ਉਹ ਅੰਮ੍ਰਿਤਸਰ ਪਿੰਗਲਵਾੜੇ ਜਾ ਰਹੇ ਹਨ ਕਿਉਂਕਿ ਉਹਨਾਂ ਦੇ ਮੁੰਡੇ ਉਹਨਾਂ ਨੂੰ ਸਾਂਭਣ ਲਈ ਤਿਆਰ ਨਹੀਂ ਹਨ। ਮੇਰੇ ਪੁੱਛਣ ਤੇ ਕਿ ਉਹ ਪਤਾ ਤੇ ਫੋਨ ਨੰਬਰ ਗਲਤ ਕਿਉਂ ਸਨ, ਉਹ ਕਹਿਣ ਲੱਗੇ ਮੈਂ ਆਪਣੀ ਧੀ ਉੱਤੇ ਭਾਰ ਨਹੀਂ ਬਣਨਾ ਚਾਹੁੰਦਾ ਤੇ ਨਾ ਹੀ ਤੈਨੂੰ ਵਾਧੂ ਫਿਕਰ ਦੇਣਾ ਚਾਹੁੰਦਾ ਹਾਂ ਕਿ ਤੂੰ ਰੋਜ਼ ਮੈਨੂੰ ਫੋਨ ਕਰਕੇ ਪਰੇਸ਼ਾਨ ਹੁੰਦੀ ਰਹੇ, ਪਰ ਤੂੰ ਵਾਅਦਾ ਕਰ ਕਿ ਮਰਦੇ ਦਮ ਤੱਕ ਤੂੰ ਪੰਜਾਬੀਆਂ ਨੂੰ ਧੀਆਂ ਮਾਰਨ ਤੋਂ ਰੋਕਦੀ ਰਹੇ। ਮੇਰੇ ਵਾਰ-ਵਾਰ ਕਹਿਣ ਤੇ ਵੀ
ਉਹ ਮੇਰੇ ਕੋਲ ਆ ਕੇ ਰਹਿਣ ਜਾਂ ਹਸਪਤਾਲ ਦਾਖਲ ਹੋ ਕੇ ਇਲਾਜ ਕਰਵਾਉਣ ਨੂੰ ਤਿਆਰ ਨਹੀਂ ਸਨ। ਉਹਨਾਂ ਦਾ ਕਹਿਣਾ ਸੀ ਕਿ ਉਹ ਤਾਂ ਇੱਕ ਤਰ੍ਹਾਂ ਨਾਲ ਆਪਣੇ ਜੁਰਮ ਦੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਮੈਂ ਪਿੰਗਲਵਾੜਾ ਅੰਮ੍ਰਿਤਸਰ ਜਾ ਕੇ ਵੀ ਉਹਨਾਂ ਨੂੰ ਬਹੁਤ ਲੱਭਿਆ, ਪਰ ਉਹ ਉੱਥੇ ਵੀ ਨਹੀਂ ਮਿਲੇ। ਜੇ ਕਿਤੇ ਉਹ ਬਜ਼ੁਰਗ ਮੇਰਾ ਇਹ ਲੇਖ ਪੜ੍ਹ ਲੈਣ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਮੈਂ ਹੀ ਕਿਉਂ, ਮੇਰੇ ਵਰਗੀਆਂ ਹੋਰ ਵੀ ਬਥੇਰੀਆਂ ਪੰਜਾਬ ਦੀਆਂ ਧੀਆਂ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਹੋਣਗੀਆਂ। ਉਹ ਵਾਪਸ ਆ ਕੇ ਆਪਣਾ ਇਲਾਜ ਹਸਪਤਾਲ ਵਿੱਚ ਦਾਖਲ ਹੋ ਕੇ ਕਰਵਾ ਲੈਣ। ਖਰਚੇ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਮੈਨੂੰ ਤਾਂ ਉਹਨਾਂ ਦੇ ਮੁੰਡਿਆਂ ਦਾ ਥਹੁ ਪਤਾ ਵੀ ਨਹੀਂ ਕਿ ਉਹਨਾਂ ਨੂੰ ਫਿੱਟ ਲਾਹਨਤਾਂ ਪਾਈਆਂ ਜਾ ਸਕਣ। ਅਮਰੀਕਾ ਤੋਂ ਇੱਕ ਵੱਡੀ ਭੈਣ ਦੀ ਚਿੱਠੀ ਮੈਨੂੰ ਪਹੁੰਚੀ ਹੈ, ਜਿਸ ਵਿੱਚ ਉਸ ਬੇਨਤੀ ਕੀਤੀ ਹੈ ਕਿ ਉਸ ਦੇ 2 ਮੁੰਡੇ ਹਨ, ਪਰ ਉਹ ਪੰਜਾਬੀਆਂ ਨੂੰ, ਆਪਣੀਆਂ ਕੁੜੀਆਂ ਨੂੰ ਇੰਨੀ ਬੇਦਰਦੀ ਨਾਲ ਮਾਰਦੇ ਨਹੀਂ ਵੇਖ ਸਕਦੀ। ਉਸ ਨੇ ਗੁਜ਼ਾਰਿਸ਼ ਕੀਤੀ ਕਿ ਜਿਹੜੇ ਵੀ ਮਾਪੇ ਆਪਣੀ ਧੀ ਤੋਂ ਤੰਗ ਹਨ, ਉਹਨਾਂ ਤੋਂ ਉਹ ਧੀ ਗੋਦ ਲੈਣ ਨੂੰ ਤਿਆਰ ਹੈ ਤੇ ਉਸ ਨੂੰ ਆਪਣੀ ਧੀ ਵਾਂਗ ਪਾਲ ਪੋਸ ਕੇ ਵੱਡਾ ਕਰੇਗੀ। ਜੇ ਕੋਈ ਮੇਰੀ ਆਵਾਜ਼ ਸੁਣਨ ਵਾਲਾ ਤੇ ਆਪਣੀ ਧੀ ਨੂੰ ਮਗਰੋਂ ਲਾਉਣ ਵਾਲਾ ਹੈ ਤਾਂ ਉਸ ਦੀ ਧੀ ਨੂੰ ਅਮਰੀਕਾ ਵਿੱਚ ਕੋਈ ਪਰਾਇਆ ਪਾਲ ਪੋਸ ਕੇ ਵੱਡਾ ਕਰਨ ਨੂੰ ਤਿਆਰ ਹੈ, ਤਾਂ ਜੋ ਆਪਣੇ ਵਤਨ ਦੀ ਧਰਤੀ ਦਾ ਕਰਜ਼ਾ ਲਾ ਸਕੇ। ਉਸ ਭੈਣ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਕਿਸੇ ਵੀ ਪੰਜਾਬੀ ਧੀ ਨੂੰ ਹੰਝੂ ਕੇਰਦਿਆਂ ਨਹੀਂ ਵੇਖ ਸਕਦੀ। ਇਸੇ ਹੀ ਤਰ੍ਹਾਂ ਕੈਨੇਡਾ ਤੋਂ ਵੀ ਇੱਕ ਭਰਾ ਦਾ ਫੋਨ ਆਇਆ ਕਿ ਉਸ ਦੀਆਂ 2 ਧੀਆਂ ਪਹਿਲਾਂ ਹਨ। ਉਹ ਪੰਜਾਬ ਵਿਚਲੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਕਿੰਨਾ ਖੁਸ਼ ਹੈ ਆਪਣੀਆਂ ਧੀਆਂ ਨਾਲ, ਜੋ ਪੁੱਤਰਾਂ ਵਾਂਗ ਉਸ ਦੇ ਕੰਮ ਵਿੱਚ ਮਦਦ ਕਰਵਾ ਰਹੀਆਂ ਹਨ, ਤੇ ਉਹ ਪੰਜਾਬ ਦੀਆਂ ਘੱਟੋ ਘੱਟ 2 ਦੁਖਿਆਰੀ ਧੀਆਂ ਨੂੰ ਗੋਦ ਲੈਣ ਨੂੰ ਤਿਆਰ ਸੀ। ਉਹ ਕਹਿ ਰਿਹਾ ਸੀ ਕਿ ਜੇ ਲੋਕ ਆਪਣੀ ਧੀ ਬਾਹਰ ਭੇਜਣ ਨੂੰ ਤਿਆਰ ਨਹੀਂ ਤਾਂ ਉਹ ਕੈਨੇਡਾ ਤੋਂ ਉਹਨਾਂ ਦੀ ਪੜ੍ਹਾਈ ਲਿਖਾਈ ਤੇ ਵਧੀਆ ਪਾਲਣ ਪੋਸ਼ਣ ਲਈ ਪੈਸੇ ਭੇਜ ਸਕਦਾ ਹੈ। ਗੱਲ ਕੀ ਪੰਜਾਬ ਦੇ ਹਰ ਕੋਨੇ ਵਿੱਚੋਂ ਪਾਤੜਾਂ, ਘੱਗਾ, ਮੋਗਾ, ਮਾਛੀਵਾੜਾ, ਬਠਿੰਡਾ, ਰਾਏਕੋਟ, ਮਲੇਰਕੋਟਲਾ, ਜਲੰਧਰ, ਮੁਕਤਸਰ, ਅੰਮ੍ਰਿਤਸਰ, ਬਟਾਲਾ, ਸਰਹਿੰਦ, ਪਠਾਨਕੋਟ, ਲੁਧਿਆਣਾ ਆਦਿ ਤੋਂ ਚਿੱਠੀਆਂ ਤੇ ਬੇਅੰਤ ਫੋਨ ਮੈਨੂੰ ਉਹਨਾਂ ਵੀਰਾਂ ਭੈਣਾਂ ਦੇ ਪਹੁੰਚੇ ਹਨ, ਜਿਹੜੇ ਅਣਜੰਮੀਆਂ ਕੁੜੀਆਂ ਦੇ ਕਾਤਲਾਂ ਖਿਲਾਫ ਆਵਾਜ਼ ਚੁੱਕਣ ਨੂੰ ਤਿਆਰ ਹਨ ਤੇ ਆਪ ਧੀਆਂ ਨੂੰ ਵਧੀਆ ਤਰ੍ਹਾਂ ਪਾਲ ਕੇ ਮਿਸਾਲਾਂ ਕਾਇਮ ਕਰ ਰਹੇ ਹਨ। ਇਸ ਲੋਕ ਲਹਿਰ ਦੇ ਅੱਗੇ ਕੁੜੀ ਮਾਰਾਂ ਨੂੰ ਜ਼ਰੂਰ ਝੁਕਣਾ ਪਵੇਗਾ ਤੇ ਪ੍ਰਸ਼ਾਸਨ ਵੀ ਉਮੀਦ ਹੈ ਜਾਗ ਹੀ ਜਾਏਗਾ, ਕਿਉਂਕਿ ਸਭ ਜਾਣਦੇ ਹਨ ਕਿ ਨਾ ਹੋ ਸਕਣ ਵਾਲੇ ਤੇ ਹੋ ਸਕਣ ਵਾਲੇ ਕੰਮ ਵਿੱਚ ਸਿਰਫ ਇਨਸਾਨ ਦੀ ਹਿੰਮਤ ਦਾ ਹੀ ਫਰਕ ਹੁੰਦਾ ਹੈ। ਹੁਣ ਇਟਲੀ ਤੋਂ ਪਹੁੰਚੇ ਫੋਨ ਬਾਰੇ ਵੀ ਸੁਣੋ, ਜਿਹੜਾ ਰਾਤ ਦੇ 11:30 ਵਜੇ ਮੈਂ ਸੁਣਿਆ। ਮੇਰੇ ਕੰਨਾਂ ਨੂੰ ਯਕੀਨ ਨਹੀਂ ਹੋਇਆ ਕਿ ਇਟਲੀ ਵਿਚਲੇ ਪੰਜਾਬੀ ਵੀ ਪੰਜਾਬ ਦੀਆਂ ਧੀਆਂ ਬਾਰੇ ਇੰਨਾ ਫਿਕਰਮੰਦ ਹਨ। ਉਹਨਾਂ ਮੇਰੇ ਆਰੰਭੇ ਕੰਮ ਦੀ ਮੁਬਾਰਕਬਾਦ ਦਿੰਦਿਆਂ ਇਹ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਗਰੀਬ ਦੀ ਧੀ ਨੂੰ ਵਿਆਹੁਣ ਵਿੱਚ ਪੂਰੀ ਮਦਦ ਕਰਨ ਨੂੰ ਤਿਆਰ ਹਨ ਤੇ ਅਜਿਹਾ ਪਹਿਲਾਂ ਤੋਂ ਹੀ ਕਰਦੇ ਰਹੇ ਹਨ, ਕਿਉਂਕਿ ਉਹ ਪਹਿਲਾਂ ਮੋਗੇ ਦੇ ਨੇੜੇ ਹੀ ਰਹਿੰਦੇ ਰਹੇ ਸਨ ਤੇ ਉਹਨਾਂ ਦੀਆਂ ਆਪਣੀਆਂ 4 ਧੀਆਂ ਹਨ। ਉਹਨਾਂ ਨੇ ਆਪਣੀਆਂ ਧੀਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਤੇ ਬਰਾਬਰੀ ਦਾ ਹੱਕ ਦਿੱਤਾ। ਉਸੇ ਦਾ ਨਤੀਜਾ ਹੈ ਕਿ ਉਹ ਇਸ ਵੇਲੇ ਬਹੁਤ ਸੌਖਾ ਵਕਤ ਕੱਟ ਰਹੇ ਹਨ। ਉਹਨਾਂ ਦਾ ਸੁਨੇਹਾ ਸੀ ਕਿ ਮੇਰੇ ਪੰਜਾਬੀ ਵੀਰ ਤੇ ਭੈਣਾਂ ਕੁੜੀਆਂ ਮਾਰਨ ਵਾਲਾ ਕੁਕਰਮ ਛੱਡ ਕੇ ਪੰਜਾਬ ਦੀ ਤਰੱਕੀ ਤੇ ਪੰਜਾਬੀਆਂ ਦੀ ਘਟਦੀ ਗਿਣਤੀ ਬਾਰੇ ਸੋਚਣ। ਜੇ ਹੁਣ ਅਸਲੀ ਮੁੱਦੇ ਵੱਲ ਆਈਏ ਤਾਂ ਸਾਡੇ ਸਭਨਾਂ ਦੀ ਸੋਚ ਹੀ ਬਦਲਣ ਵਾਲੀ ਹੈ। ਜਦ ਤੱਕ ਪਰਾਇਆ ਧਨ ਵਰਗਾ ਅੱਖਰ ਦਿਮਾਗ ਦੀਆਂ ਪਰਤਾਂ ਵਿੱਚੋਂ ਲਾਹ ਕੇ ਪਰੇ ਨਹੀਂ ਸੁੱਟਿਆ ਜਾਂਦਾ, ਬੇਟੀਆਂ ਉੱਤੇ ਕੀਤੇ ਖਰਚ ਮਾਪਿਆਂ ਨੂੰ ਚੁੱਭਦੇ ਹੀ ਰਹਿਣਗੇ। ਘਰੋਂ ਬਾਹਰ ਤਾਂ ਵੈਸੇ ਹੀ ਲੋਕ ਇੱਲਾਂ ਵਾਂਗ ਕੁੜੀਆਂ ਤੇ ਝਪੱਟਾ ਮਾਰਨ ਨੂੰ ਤਿਆਰ ਬੈਠੇ ਹੁੰਦੇ ਹਨ, ਤੇ ਜੇ ਘਰ ਵਿੱਚ ਵੀ ਝਾੜ ਝੰਬ ਕੇ ਵਿਤਕਰੇ ਨਾਲ ਪਲੇ ਤਾਂ ਇਹ ਗੁਨਾਹ ਮਾਪੇ ਕਿੱਥੇ ਜਾ ਕੇ ਬਖਸ਼ਾਉਣਗੇ। ਮੈਂ ਆਪਣੇ ਅੱਖੀਂ ਜਾ ਕੇ ਵੇਖਿਆ ਹੈ ਕਿ ਕਈ ਘਰਾਂ ਵਿੱਚ ਤਾਂ ਬੇਟੀਆਂ ਦਾ ਬੰਧੂਆ ਮਜ਼ਦੂਰਾਂ ਤੋਂ ਵੀ ਬਦਤਰ ਹਾਲ ਕੀਤਾ ਜਾਂਦਾ ਹੈ। ਨਵਾਂ ਸ਼ਹਿਰ ਨੇ ਇਸ ਪੱਖੋਂ ਹੰਬਲਾ ਮਾਰਨਾ ਸ਼ੁਰੂ ਕੀਤਾ ਹੋਇਆ ਹੈ ਕਿ ਕੁੜੀਆਂ ਜੰਮਣ ਤੋਂ ਪਹਿਲਾਂ ਨਾ ਮਾਰੀਆਂ ਜਾਣ, ਤੇ ਉਹ ਕੁੜੀਆਂ ਦੀ ਗਿਣਤੀ ਵਧਾਉਣ ਨੂੰ ਵੀ ਤੁਰ ਪਏ ਹਨ। ਇਹ ਪੰਜਾਬ ਲਈ ਮੁਬਾਰਕ ਕਦਮ ਹੈ। ਇਤਿਹਾਸ ਗਵਾਹ ਹੈ ਕਿ ਸਿਰਫ ਜ਼ੋਰ ਜ਼ਬਰਦਸਤੀ ਨਾਲ ਥੋਪੇ ਗਏ ਅਸੂਲ ਬਹੁਤੀ ਦੇਰ ਲਾਗੂ ਨਹੀਂ ਰਹਿੰਦੇ ਤੇ ਲੋਕ ਛੇਤੀ ਹੀ ਬਗਾਵਤ ਤੇ ਉਤਰ ਆਉਂਦੇ ਹਨ। ਨਸਬੰਦੀ ਦਾ ਧੱਕੇ ਨਾਲ ਲਾਗੂ ਕਰਨਾ
ਆਖਰ ਫੇਲ ਹੋ ਹੀ ਗਿਆ ਸੀ। ਇਸੇ ਲਈ ਜਿੱਥੇ ਨਵਾਂ ਸ਼ਹਿਰ ਦੇ ਆਗੂ ਇਸ ਬਾਰੇ ਫਿਕਰਮੰਦ ਹਨ ਕਿ ਉੱਥੇ ਜੰਮਣ ਤੋਂ ਪਹਿਲਾਂ ਕੁੜੀਆਂ ਨਾ ਮਾਰੀਆਂ ਜਾਣ, ਉੱਥੇ ਲੋਕਾਂ ਦੀ ਸੋਚ ਬਦਲਣ ਵੱਲ ਵੀ ਉਨਾ ਹੀ ਧਿਆਨ ਦੇਣਾ ਜ਼ਰੂਰੀ ਹੈ। ਨਵਾਂ ਸ਼ਹਿਰ ਕੋਈ ਦੁਨੀਆ ਤੋਂ ਅਲੱਗ ਥਾਂ ਨਹੀਂ ਜਿੱਥੇ ਕੁੜੀਆਂ ਦਾ ਸ਼ੋਸ਼ਣ ਨਹੀਂ ਹੋ ਰਿਹਾ। ਇਸ ਲਈ ਸਿਰਫ ਕੁੜੀਆਂ ਨੂੰ ਜਨਮ ਦੇਣ ਨਾਲ ਹੀ ਮਸਲਾ ਹੱਲ ਨਹੀਂ ਹੋਣ ਲੱਗਾ। ਜੇ 1 ਸਾਲ ਵਿੱਚ ਇਹ ਗਿਣਤੀ ਇੱਕਦਮ ਵੱਧ ਸਕਦੀ ਹੈ ਤਾਂ ਲੋਕਾਂ ਦੀ ਸੋਚ ਨਾ ਬਦਲਣ ਤੇ ਇੱਕੋ ਸਾਲ ਵਿੱਚ ਸਖਤੀ ਘਟਦੇ ਸਾਰ ਇਹ ਗਿਣਤੀ ਫੇਰ ਡਿੱਗ ਵੀ ਸਕਦੀ ਹੈ। ਜਿਹੜੇ ਅਸਲੀ ਮੁੱਦੇ ਹੁਣ ਨਵਾਂ ਸ਼ਹਿਰ ਅੱਗੇ ਹਨ ਉਹ ਹਨ ਕੁੜੀਆਂ ਨਾਲ ਕੀਤਾ ਜਾ ਰਿਹਾ ਵਿਤਕਰਾ। ਕੀ ਲੋਕਾਂ ਨੇ ਮਨੋਂ ਵੀ ਕੱਢ ਦਿੱਤਾ ਹੈ? ਕਹਿਣ ਦਾ ਭਾਵ ਇਹ ਹੈ ਕਿ ਬਹੁ ਗਿਣਤੀ ਮਾਪੇ ਕੁੜੀਆਂ ਦਾ ਆਗਮਨ ਬੁੱਝੇ ਮਨ ਨਾਲ ਕਰ ਰਹੇ ਹਨ ਜਾਂ ਕੁੜੀਆਂ ਜੰਮਣ ਤੇ ਗੁਆਂਢੀਆਂ ਨੂੰ ਲੱਡੂ ਖਵਾਉਣ ਲੱਗ ਪਏ ਹਨ। ਕੀ ਖੁਸਰੇ ਧੀ ਜੰਮਣ ਵਾਲੇ ਘਰਾਂ ਵਿੱਚ ਖੁਸ਼ੀ ਸਾਂਝੀ ਕਰਨ ਜਾ ਰਹੇ ਹਨ? ਇੱਥੇ ਹੀ ਬਸ ਨਹੀਂ, ਸਦੀਆਂ ਤੋਂ ਲੋਕ ਕੁੜੀਆਂ ਜੰਮਣ ਤੋਂ ਬਾਅਦ ਹੀ ਮਰਨ ਲਈ ਛੱਡ ਦਿੰਦੇ ਸਨ। ਵੇਖਣ ਵਾਲੀ ਚੀਜ਼ ਇਹ ਹੈ ਕਿ ਕੀ ਟੀਕਾਕਰਨ ਵਾਸਤੇ ਸਾਰੀਆਂ ਕੁੜੀਆਂ ਲਿਆਂਦੀਆਂ ਜਾਣਗੀਆਂ? ਕੀ ਬਿਮਾਰੀ ਹੋਣ ਤੇ ਕੁੜੀਆਂ ਦਾ ਇਲਾਜ ਕਰਵਾਇਆ ਜਾਵੇਗਾ ਜਾਂ ਇਲਾਜ ਨਾ ਕਰਵਾ ਕੇ ਮਰਨ ਦਾ ਬਹਾਨਾ ਬਣਾ ਦਿੱਤਾ ਜਾਵੇਗਾ? ਕੀ ਸਕੂਲਾਂ ਵਿੱਚ ਸਾਰੀਆਂ ਕੁੜੀਆਂ ਪੜ੍ਹਨ ਜਾਂਦੀਆਂ ਹਨ, ਜਾਨੀ ਮਾਪੇ ਇਹ ਖਰਚਾ ਆਪਣੀਆਂ ਧੀਆਂ ਉੱਤੇ ਕਰ ਰਹੇ ਹਨ? ਇਹ ਤਾਂ ਸਕੂਲਾਂ ਵਿਚਲਾ ਸਰਵੇਖਣ ਹੀ ਦੱਸੇਗਾ ਕਿ 5 ਸਾਲ ਤੋਂ ਬਾਅਦ ਜਨਮਦਰ ਉਹੀ ਰਹਿ ਗਿਆ ਜਾਂ ਮਨ ਅੰਦਰਲੇ ਵਿਤਕਰੇ ਕਾਰਨ ਕੁੜੀਆਂ ਸਕੂਲ ਪੜ੍ਹਨ ਵੇਲੇ ਤੋਂ ਪਹਿਲਾਂ ਹੀ ਮੌਤ ਦੀ ਗੋਦ ਵਿੱਚ ਜਾ ਚੁੱਕੀਆਂ ਹਨ। ਕਿ ਪੜ੍ਹਾਈ ਤੋਂ ਬਾਅਦ ਮਾਪੇ ਆਪਣੀਆਂ ਬੱਚੀਆਂ ਨੂੰ ਕਿਸੇ ਕਿੱਤੇ ਵਿੱਚ ਮਾਹਰ ਹੋਣ ਦੇ ਰਹੇ ਹਨ ਤਾਂ ਜੋ ਕੁੜੀਆਂ ਆਪਣੇ ਪੈਰਾਂ ਉੱਤੇ ਖੜੀਆਂ ਹੋ ਜਾਣ ਤੇ ਦੂਜਿਆਂ ਉੱਤੇ ਮਾਲੀ ਪੱਖੋਂ ਆਸ਼ਰਿਤ ਨਾ ਹੋਣ? ਕਿ ਕੁੜੀਆਂ ਉੱਤੇ ਹੋ ਰਹੇ ਸ਼ੋਸ਼ਣ ਘੱਟ ਹੋ ਰਹੇ ਹਨ? ਕਿ ਜਬਰ ਜਨਾਹ, ਦੇਹ ਵਪਾਰ ਜਾਂ ਅੱਲੜ ਉਮਰ ਦੇ ਜਿਸਮਾਨੀ ਸਬੰਧ ਘਟ ਰਹੇ ਹਨ? ਕਿਤੇ ਗਰਭ ਨਾ ਡੇਗਣ ਦੀ ਸਖਤੀ ਹੇਠ ਅਣਵਿਆਹੀਆਂ ਮਾਵਾਂ ਤੋਂ ਉਹਨਾਂ ਦਾ ਗਰਭ ਡੇਗਣ ਦਾ ਕਾਨੂੰਨੀ ਹੱਕ ਤਾਂ ਨਹੀਂ ਖੋਇਆ ਜਾ ਰਿਹਾ ਕਿ ਉਹਨਾਂ ਕੋਲ ਆਤਮ ਹੱਤਿਆ ਤੋਂ ਸਿਵਾ ਕੋਈ ਚਾਰਾ ਹੀ ਨਾ ਰਿਹਾ ਹੋਵੇ? ਕਿ ਕੁੜੀਆਂ ਨੂੰ ਵਤਨੋਂ ਪਾਰ ਕਿਸੇ ਦੁਹਾਜੂ ਨਾਲ ਧੱਕੇ ਨਾਲ ਵਿਆਹ ਕੇ ਦੇਸ਼ ਤੋਂ ਬਾਹਰ ਜਾਣ ਦਾ ਜ਼ਰੀਆ ਤਾਂ ਨਹੀਂ ਬਣਾਇਆ ਜਾ ਰਿਹਾ? ਕਿ ਦਾਜ ਦੀ ਲਾਹਨਤ ਤੋਂ ਬਚਣ ਲਈ ਕੱਚੀ ਉਮਰੇ ਹੀ ਆਪਣੀ ਧੀ ਦਾ ਉਸ ਦੀ ਉਮਰ ਤੋਂ ਦੁੱਗਣੀ ਉਮਰ ਦੇ ਇਨਸਾਨ ਨਾਲ ਵਿਆਹ ਨਹੀਂ ਕੀਤਾ ਜਾ ਰਿਹਾ? ਕਿ ਗਰਭ ਵਿੱਚ ਬੱਚਾ ਠਹਿਰਨ ਤੇ ਜੇ ਲਿੰਗ ਪਤਾ ਲੱਗ ਜਾਵੇ ਤਾਂ ਮਾਂ ਨੂੰ ਕੋਈ ਤਸੀਹੇ ਤਾਂ ਨਹੀਂ ਦਿੱਤੇ ਜਾ ਰਹੇ? ਜਾਨੀ ਕਿ ਗਰਭਵਤੀ ਔਰਤਾਂ ਦੀ ਮਰਨ ਦਰ ਵਿੱਚ ਘਾਟਾ ਹੋ ਰਿਹਾ ਹੈ? ਕਿ ਦਾਜ ਸੰਬੰਧੀ ਹੋ ਰਹੇ ਸ਼ੋਸ਼ਣ ਜਾਂ ਸਹੁਰਿਆਂ ਵੱਲੋਂ ਕੀਤੀ ਜਾ ਰਹੀ ਮਾਰ ਕੁਟਾਈ ਦੇ ਕੇਸ ਘੱਟ ਦਰਜ ਹੋ ਰਹੇ ਹਨ? ਇਸ ਵੇਲੇ ਕੇਰਲ ਵਿੱਚ ਪੜ੍ਹਾਈ ਨੂੰ ਇੰਨੀ ਤਰਜੀਹ ਦਿੱਤੀ ਜਾਂਦੀ ਹੈ ਕਿ PGI ਚੰਡੀਗੜ੍ਹ ਵਿੱਚ ਲੱਗੇ ਇੱਕ ਕੇਰਲ ਦੇ ਡਾਕਟਰ ਨਾਲ ਜਦੋਂ ਕਾਨਫਰੰਸ ਵਿੱਚ ਮੇਰੀ ਮੁਲਾਕਾਤ ਹੋਈ ਤਾਂ ਉਹ ਕਹਿਣ ਲੱਗਾ ਕਿ ਜਦੋਂ ਵੀ ਉਹ ਛੁੱਟੀ ਤੇ ਕੇਰਲ ਵਾਪਸ ਜਾਂਦਾ ਹੈ ਤਾਂ ਜਿੰਨਾ ਵੀ ਵਕਤ ਕੱਢ ਸਕੇ ਉਹ ਪਿੰਡ ਦੇ ਕਿਸੇ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਇਸ ਲੋਕ ਲਹਿਰ ਦਾ ਨਤੀਜਾ ਇਹ ਹੋਇਆ ਹੈ ਕਿ ਕੁੜੀਆਂ ਨੂੰ ਪੜ੍ਹਨ ਕਰਕੇ ਆਪਣੇ ਹੱਕਾਂ ਬਾਰੇ ਪਤਾ ਲੱਗ ਗਿਆ ਹੈ ਤੇ ਉੱਥੇ ਨਵ ਜੰਮੀਆਂ ਬੱਚੀਆਂ ਜੋ 5 ਸਾਲ ਦੀ ਉਮਰ ਤੱਕ ਦੀ ਮੌਤ ਦਰ ਘਟ ਚੁੱਕੀ ਹੈ। ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਕਾਰਨ ਉੱਥੇ ਗਰਭਵਤੀ ਮਾਵਾਂ ਦੀ ਮਰਨ ਦਰ ਵੀ ਘਟ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਹੁੰਦੀ ਹੈ ਅਸਲੀ ਜਾਗਰਤੀ, ਜਿਸ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਤੇ ਨਾ ਹੀ ਰੋਜ਼ ਦੀ ਕੋਈ ਖਬਰ ਅਖਬਾਰਾਂ ਰਾਹੀਂ ਬਾਹਰ ਆਉਂਦੀ ਹੈ, ਪਰ ਚੁੱਪ ਚਪੀਤੇ ਉੱਥੋਂ ਦੇ ਲੋਕਾਂ ਨੇ ਕਾਇਆ ਪਲਟ ਦਿੱਤੀ ਹੈ। ਜੇ ਅਜਿਹਾ ਹੀ ਸਭ ਕੁਝ ਅੱਜ ਤੋਂ 10 ਸਾਲ ਬਾਅਦ ਨਵਾਂ ਸ਼ਹਿਰ ਵਿੱਚ ਵਾਪਰ ਜਾਂਦਾ ਹੈ ਤੇ ਨਵਾਂ ਸ਼ਹਿਰ ਦੀਆਂ ਬਰੂਹਾਂ ਤੇ ਵਾਕਿਆਂ ਹੀ ਧੀਆਂ ਦੀ ਇੰਨੀ ਕਦਰ ਕੀਤੀ ਜਾਂਦੀ ਰਹੀ, ਫੇਰ ਤਾਂ ਉਹ ਸੁਪਨਿਆਂ ਦਾ ਸ਼ਹਿਰ ਬਣ ਜਾਵੇਗਾ ਤੇ ਹਰ ਧੀ ਲਈ ਸਵਰਗ ਹੋਵੇਗਾ। ਪਰ ਜੇ ਜੰਮਣ ਤੋਂ ਬਾਅਦ ਬੱਚੀਆਂ ਦੇ ਮਰਨ ਦਾ ਦਰ ਉਹੀ ਰਿਹਾ ਤੇ ਲੋਕਾਂ ਦੇ ਮਨਾਂ ਵਿੱਚ ਬੇਟੀਆਂ ਲਈ ਵਿਤਕਰਾ ਰਿਹਾ ਤਾਂ ਇਹ ਸਿਰਫ ਓਪਰੀ ਵਿਖਾਵਾ ਹੀ ਬਣ ਕੇ ਰਹਿ ਜਾਵੇਗਾ। ਨਵਾਂ ਸ਼ਹਿਰ ਵਿੱਚ ਤਨੋਂ ਮਨੋਂ ਕੁੜੀਆਂ ਮਾਰਨ ਤੋਂ ਰੋਕਣ ਵੱਲ ਲੱਗੇ ਹਰ ਵੀਰ ਭੈਣ ਨੂੰ ਮੇਰੀ ਸਲਾਹ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦੇਣ ਤਾਂ ਜੋ ਨਵਾਂ ਸ਼ਹਿਰ ਵਿੱਚੋਂ ਫੁੱਟਦੀ ਪੌਦ ਤੇ ਇੱਥੋਂ ਦੀ ਮਿੱਟੀ ਦੀ ਖੁਸ਼ਬੂ ਪੰਜਾਬ ਅੰਦਰ ਤਾਂ ਕੀ ਵਤਨੋਂ ਪਾਰ ਵੀ ਪਹੁੰਚੇ, ਪਰ ਸਿਰਫ ਅਖਬਾਰੀ ਸੁਰਖੀਆਂ ਬਣ ਕੇ ਨਹੀਂ, ਲੋਕਾਂ ਦੇ ਦਿਲਾਂ ਵਿੱਚ ਬਹਿ ਕੇ।
ਇਸੇ ਲਈ ਸਿਰਫ ਜਨਮ ਦਰ ਤੇ ਧਿਆਨ ਦੇਣਾ ਛੱਡ ਕੇ ਕੁੜੀਆਂ ਉੱਤੇ ਹੁੰਦੇ ਸ਼ੋਸ਼ਣ ਵੀ ਰੋਕਣ ਤੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਆਰਥਿਕ ਪੱਖੋਂ ਮਜਬੂਰ ਕੁੜੀਆਂ ਦੀ ਮਾਲੀ ਸਹਾਇਤਾ ਵੀ ਕਰਨ। ਇਹ ਸਭ ਤਾਂ ਹੀ ਸੰਭਵ ਹੈ ਜੇ ਇੱਕ ਕੁੜੀ ਦੀ ਸਹਾਇਤਾ ਕਰਨ ਲਈ ਪੂਰਾ ਮੀਡੀਆ ਸੱਦ ਕੇ ਉਸ ਦਾ ਤਮਾਸ਼ਾ ਨਾ ਬਣਾਇਆ ਜਾਵੇ, ਬਲਕਿ ਅਜਿਹੀਆਂ ਹੋਰ ਸੈਂਕੜੇ ਕੁੜੀਆਂ ਦੀ ਦਿਲੋਂ ਤੇ ਮਾਲੀ ਪੱਖੋਂ ਮਦਦ ਕੀਤੀ ਜਾਏ, ਤਾਂ ਜੋ ਲੋਕ ਆਪਣੇ ਆਪ ਇਸ ਤਰ੍ਹਾਂ ਦੇ ਪ੍ਰਸ਼ਾਸਨ ਦੀਆਂ ਤਾਰੀਫਾਂ ਦੇ ਪੁਲ ਮੀਡੀਆ ਵਿੱਚ ਬੰਨ੍ਹ ਦੇਣ। ਇਹੋ ਜਿਹੇ ਹੋਰ ਬਥੇਰੇ ਸਵਾਲ ਹਨ ਜਿਹੜੇ ਹਰ ਸੋਚਵਾਨ ਪੰਜਾਬੀ ਨੂੰ ਚਾਹੀਦੇ ਹਨ। ਜੇ ਤਾਂ ਇਹਨਾਂ ਸਾਰਿਆਂ ਦਾ ਜਵਾਬ ਕੁੜੀਆਂ ਦੇ ਹੱਕ ਵਿੱਚ ਹੋਵੇ, ਫੇਰ ਤਾਂ ਪੰਜਾਬ ਦੀ ਗਤੀ ਹੋ ਗਈ ਸਮਝੋ। ਫੇਰ ਤਾਂ ਜਿਸ ਤਰ੍ਹਾਂ ਦੇ ਗੁਣ ਪੰਜਾਬੀਆਂ ਵਿੱਚ ਹਨ, ਉਹ ਕੇਰਲ ਨੂੰ ਛੇਤੀ ਹੀ ਮਾਤ ਕਰ ਦੇਣਗੇ। ਜੇ ਸਵਾਲਾਂ ਦੇ ਜਵਾਬ ਕੁੜੀਆਂ ਦੇ ਹੱਕ ਵਿੱਚ ਨਹੀਂ ਹਨ, ਫਿਰ ਤਾਂ ਅਜੇ ਮੰਜ਼ਿਲ ਮੀਲਾਂ ਦੂਰ ਹੈ। ਹਵਾਲਾ ਭਰੂਣ ਹੱਤਿਆ ਇੱਕ ਸਰਾਪ, ਲੇਖਕਾ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ।